नवजोत सिद्धू ने दिखाई ताकत। सिद्धू ਨੂੰ ਮਿਲੇ ਕਾਂਗਰਸ ਦੇ ਕਈ ਲੀਡਰ ਚੀਮਾ ਸੇਖੜੀ ਤੇ ਮਾਨ ਜੱਗਾ ਮਜੀਠੀਆ ਨੇ ਕੀਤੀ ਮੁਲਾਕਾਤ। ਸਿੱਧੂ ਨੇ ਟਵਿੱਟਰ ਤੇ ਸਾਂਝੀ ਕੀਤੀ ਤਸਵੀਰ। ਆਪ ਵਿਧਾਇਕਾਂ ਨੂੰ ਕੇਜਰੀਵਾਲ ਦੀ ਸਖਤ ਨਸੀਹਤ। ਬੋਲੇ ਸਭ ਕੁਝ ਬਰਦਾਸ਼ਤ ਕਰ ਸਕਦਾ, ਭ੍ਰਿਸ਼ਟਾਚਾਰ ਨਹੀਂ। ਜੇ ਕਿਸੇ ਨੇ ਕੋਈ ਗੜਬੜੀ ਕੀਤੀ ਤਾਂ ਮਿਲੇਗੀ ਸਖਤ ਸਜ਼ਾ। ਮੰਤਰੀ ਨਾ ਬਣਨ ਤੇ ਨਾਰਾਜ਼ ਵਿਧਾਇਕਾਂ ਨੂੰ ਕੇਜਰੀਵਾਲ ਦੀ ਦੋ ਟੂਕ। ਬੋਲੇ ਕਿਸੇ ਵੀ ਅਹੁਦੇ ਤੇ ਕਿਸੇ ਦਾ ਕੋਈ ਹੱਕ ਨਹੀਂ, ਹਰੇਕ ਵਿਧਾਇਕ ਨੂੰ ਦਿੱਤੀ ਜਾਵੇਗੀ ਜ਼ਿੰਮੇਵਾਰੀ। ਟਾਰਗੇਟ ਪੂਰੇ ਨਹੀਂ ਹੋਣ ਤੇ ਬਦਲੇ ਜਾਣਗੇ ਮੰਤਰੀ। ਆਪ ਵਿਧਾਇਕਾਂ ਨੂੰ ਸੀਐਮ ਭਗਵੰਤ ਮਾਨ ਦੀ ਵੀ ਨਸੀਹਤ ਕਿ ਜਿੱਤ ਦਾ ਜਸ਼ਨ ਮਨਾ ਲਿਆ, ਹੁਣ ਕੰਮ ਕਰਨ ਦੀ ਪਾਰੀ। ਸਮੇਂ ਦੇ ਵੀ ਪਾਬੰਦ ਬਣਨ ਸਾਰੇ ਵਿਧਾਇਕ। ਨੌਕਰੀ ਵੇਲੇ ਕਿਸੇ ਦੀ ਸਿਫਾਰਿਸ਼ ਨਾ ਕਰਨ ਵਿਧਾਇਕ। ਮਾਨ ਸਰਕਾਰ 'ਚ ਹੁਣ ਤੱਕ ਨਹੀਂ ਹੋਈ ਵਿਭਾਗਾਂ ਦੀ ਵੰਡ। ਸੀਐਮ ਮਾਨ ਬੋਲੇ ਛੇਤੀ ਹੋਵੇਗੀ ਮਹਿਕਮਿਆਂ ਦੀ ਵੰਡ। ਕੱਲ 10 ਮੰਤਰੀਆਂ ਨੂੰ ਕੈਬਨਿਟ 'ਚ ਕੀਤਾ ਗਿਆ ਸੀ ਸ਼ਾਮਿਲ। ਕਾਂਗਰਸ ਆਗੂ ਸੁਨੀਲ ਜਾਖੜ ਨੇ ਕੀਤੀ ਸੀਐਮ ਮਾਨ ਦੀ ਤਾਰੀਫ। ਕਿਹਾ ਪੰਜਾਬ ਦੇ ਲਈ ਚੰਗਾ। ਮਾਨ ਦਿੱਲੀ ਲੀਡਰਸ਼ਿਪ ਦੇ ਪਰਛਾਵੇਂ 'ਚੋਂ ਆਏ ਬਾਹਰ। ਰਿਮੋਟ ਕੰਟਰੋਲ ਦੇ ਨਾਲੋਂ ਖੁਦ ਮੁਖਤਿਆਰ ਸੀ ਚੰਗਾ। ਰਾਜ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਦਾ ਕੱਲ ਆਖਰੀ ਦਿਨ। ਹਾਲੇ ਤੱਕ ਆਮ ਆਦਮੀ ਪਾਰਟੀ ਨੇ ਨਹੀਂ ਖੋਲੇ ਪੱਤੇ। 5 ਚੋਂ 3 ਸੀਟਾਂ ਤੇ ਰਾਘਵ ਚੱਡਾ, ਕ੍ਰਿਕਟਰ ਹਰਭਜਨ ਸਿੰਘ ਤੇ ਸੰਦੀਪ ਪਾਠਕ ਦੇ ਨਾਵਾਂ ਦੀ ਚਰਚਾ ਜ਼ੋਰਾਂ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਤੋਂ। ਕਾਂਗਰਸ ਪਾਰਟੀ ਤੋਂ ਜਿੱਥੇ ਵੱਖੋ-ਵੱਖ ਬਿਆਨ ਸਾਹਮਣੇ ਆ ਰਹੇ ਨੇ ਜਿੱਤ ਤੋਂ ਹਾਰ ਤੋਂ ਬਾਅਦ, ਔਰ ਕਾਂਗਰਸ ਦੇ ਵਿੱਚ ਹੁਣ ਮੁੜ ਤੋਂ ਧੜੇਬੰਦੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਇਸ ਵੇਲੇ ਤਾਂ ਵੱਡੀ ਖਬਰ ਇਹ ਹੈ ਕਿ ਸਿੱਧੂ ਦੇ ਘਰ ਕਈ ਵੱਡੇ ਕਾਂਗਰਸੀ ਲੀਡਰ ਜੁਟਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਸ ਦੀ ਤਸਵੀਰ ਜਿਹੜੀ ਆ ਬਾਕਾਇਦਾ ਸਿੱਧੂ ਦੇ ਵੱਲੋਂ ਸਾਂਝੀ ਵੀ ਕੀਤੀ ਗਈ। ਆਪਣੇ ਟਵਿੱਟਰ ਤੇ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਅਸ਼ਵਨੀ ਸੇਖੜੀ, ਨਵਤੇਜ ਚੀਮਾ, ਡੈਨੀ ਤੇ ਜੱਗਾ ਮਜੀਠੀਆ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ। ਧਮਾਨ ਦੇ ਸਣੇ 3 ਹੋਰ ਕਾਂਗਰਸੀ ਲੀਡਰ ਵੀ ਮੌਜੂਦ ਨੇ। ਸਿੱਧੂ ਨੇ ਲਿਖਿਆ ਕਿ ਦੋਸਤਾਂ ਦੇ ਨਾਲ ਮੁਲਾਕਾਤ। ਹਾਲਾਂਕਿ ਪਾਰਟੀ ਦੇ ਲੀਡਰ ਨੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹਾਰ ਤੋਂ ਬਾਅਦ ਲਗਾਤਾਰ ਸਮੀਖਿਆ ਹੋ ਰਹੀ ਹੈ, ਲਗਾਤਾਰ ਮੰਥਨ ਹੋ ਰਿਹਾ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ। ਹਾਲਾਂਕਿ ਦੂਸਰੇ ਨੰਬਰ ਦੀ ਪਾਰਟੀ ਕਾਂਗਰਸ ਜ਼ਰੂਰ ਰਹੀ ਹੈ, ਪਰ 18 ਸੀਟਾਂ ਤੇ ਹੀ ਸਿਮਟਣਾ ਪੈ ਗਿਆ। ਸੋ ਜਿਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ ਤੇ ਇਹ ਤਸਵੀਰ ਦੇ ਕਾਫੀ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਨੇ। ਕਹਿ ਸਕਦੇ ਆ ਕਿ ਕਾਂਗਰਸ ਦੇ ਅੰਦਰ ਜੋ ਲਗਾਤਾਰ ਖਾਨਾ ਜੰਗੀ ਹੈ ਤਾਂ ਉਸ ਦੇ ਵਿੱਚ ਵੀ ਇਹ ਤਸਵੀਰ ਕਾਫੀ ਜ਼ਿਆਦਾ ਅਹਿਮੀਅਤ ਰੱਖਦੀ ਹੈ, ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸੱਜੇ ਤੇ ਖੱਬੇ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਲੀਡਰ ਤਸਵੀਰ 'ਚ ਨਜ਼ਰ ਆ ਰਹੇ ਨੇ ਤਾਂ ਕੁੱਲ ਮਿਲਾ ਕੇ ਨਵਜੋਤ ਸਿੱਧੂ ਦੇ ਧੜੇ ਦੇ ਇਹਨਾਂ ਨੂੰ ਸਿੱਧੇ ਤੌਰ ਤੇ ਜਾਂ ਕਹਿ ਸਕਦੇ ਆ ਅਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ, ਕਿਉਂਕਿ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਨੇ ਕੁਝ ਜਿਹੜੇ ਚੋਣਾਂ 'ਚ ਖੜੇ ਹੋਏ, ਹਾਰ ਮਿਲੀ, ਜਿੱਤ ਨਹੀਂ ਸਕੇ ਤਾਂ ਕੁਝ ਨਹੀਂ ਲੜੇ। ਸੋ ਕੁੱਲ ਮਿਲਾ ਕੇ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਮਜੀਠੀਆ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਸੁਰਜੀਤ ਧਮਾਨ ਨੇ, ਅਸ਼ਵਨੀ ਸੇਖੜੀ ਨੇ ਜੋ ਪਹਿਲਾਂ ਵੀ ਨਾਰਾਜ਼ ਸੀ, ਸ਼੍ਰੋਮਣੀ ਅਕਾਲੀ ਦਲ 'ਚ ਜਾਣ ਦੀਆਂ ਚਰਚਾਵਾਂ ਸਨ ਪਰ ਮੁੜ ਕੇ ਫਿਰ ਕਾਂਗਰਸ ਦੇ ਵਿੱਚ ਰਹਿ ਗਏ, ਯਾਨੀ ਕਿ ਪਾਰਟੀ ਚੇਂਜ ਨਹੀਂ ਕੀਤੀ ਤੇ ਚੋਣ ਵੀ ਲੜੇ ਪਰ ਹਾਰ ਗਏ। ਸੋ ਇਹ ਤਸਵੀਰ ਜਿਹੜੀ ਹੈ ਬਹੁਤ ਕੁਝ ਬਿਆਨ ਕਰ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਵੇਲੇ ਹਾਲਾਤ ਔਰ ਤਸਵੀਰ ਬਣੀ ਹੋਈ ਹੈ। ਤਾਂ ਹੁਣ ਅੱਗੇ ਵਧਦੇ ਔਰ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੀ ਗੱਲ ਕਰਾਂਗੇ। ਅਰਵਿੰਦ ਕੇਜਰੀਵਾਲ ਦੀ ਕਲਾਸ ਸੱਚ ਨਜ਼ਰ ਆਈ ਹੈ। ਪੰਜਾਬ ਦੇ ਆਪ ਵਿਧਾਇਕਾਂ ਦੀ ਕੇਜਰੀਵਾਲ ਨੇ ਕਲਾਸ ਲਗਾਈ ਹੈ। ਵਿਧਾਇਕਾਂ ਨੂੰ ਇਮਾਨਦਾਰੀ ਰਹਿਣ ਤੇ ਟਾਰਗੇਟ ਪੂਰੇ ਕਰਨ ਦਾ ਪਾਠ ਪੜਾਇਆ ਗਿਆ। ਵੇਖਦੇ ਹਾਂ ਇਹ ਰਿਪੋਰਟ। ਪੰਜਾਬ 'ਚ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਕੇਜਰੀਵਾਲ ਨੇ ਮੰਤਰੀ ਵਿਧਾਇਕਾਂ ਦੀ ਕਲਾਸ ਲਾਈ ਹੈ। ਜੀ ਹਾਂ, ਕੇਜਰੀਵਾਲ ਨੇ ਪੰਜਾਬ ਦੀ ਆਪ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਚੇਤਾਵਨੀਆਂ ਦਿੱਤੀਆਂ ਨੇ। ਚੇਤਾਵਨੀ ਬੇਈਮਾਨੀ ਨਾ ਕਰਨ ਦੀ ਅਤੇ ਬੇਈਮਾਨੀ ਕਰਨ ਤੇ ਇੱਕ ਵੀ ਮੌਕਾ ਨਾ ਦਿੱਤੇ ਜਾਣ ਦੀ ਹੈ। ਕੇਜਰੀਵਾਲ ਨੇ ਸਾਫ਼-ਸਾਫ਼ ਕਿਹਾ ਹੈ ਕਿ ਬੇਈਮਾਨੀ ਕਰਨ ਵਾਲੇ ਨੂੰ ਪੁੱਲ ਬਖਸ਼ਾਉਣ ਦਾ ਇੱਕ ਵੀ ਮੌਕਾ ਨਹੀਂ ਮਿਲੇਗਾ। मैं कुछ भी बर्दाश्त कर सकता हूँ, बेईमानी बर्दाश्त नहीं कर सकता, पैसे की चोरी बर्दाश्त नहीं कर सकता, जनता के पैसे की चोरी बर्दाश्त नहीं कर सकता। तो अगर मेरे को पता चला, मान साहब को पता चला कि कहीं किसी ने कुछ गड़बड़ की, तो फिर एक भी मौका नहीं देंगे, वहां मौके की कोई गुंजाइश नहीं है।
ਕੇਜਰੀਵਾਲ ਇੱਥੇ ਹੀ ਨਾ ਰੁਕੇ, ਉਹ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਨੂੰ ਦੋ ਟੁਕ ਸੁਣਾਉਂਦੇ ਹੀ ਚਲੇ ਗਏ। ਕੇਜਰੀਵਾਲ ਨੇ ਸਾਫ਼ ਕੀਤਾ ਹੈ ਕਿ ਭਾਵੇਂ ਕੋਈ ਮੰਤਰੀ ਹੋਵੇ, ਵਿਧਾਇਕ ਹੋਵੇ ਜਾਂ ਫਿਰ ਖੁਦ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ, ਜਨਤਾ ਚਾਹੇ ਤਾਂ ਕਿਸੇ ਨੂੰ ਵੀ ਕੁਰਸੀ ਤੋਂ ਥੱਲੇ ਸੁੱਟ ਸਕਦੀ ਹੈ। ਕੇਜਰੀਵਾਲ ਦਾ ਮਕਸਦ ਸਾਫ਼ ਸੀ ਕਿ ਕਦੇ ਵੀ ਕਿਸੇ ਨੂੰ ਹਟਾਇਆ ਜਾ ਸਕਦਾ ਹੈ। किसी भी पद के ऊपर कुछ लोग आते हैं, कहते हैं जी मेरा हक था, मेरा हक था ये बनने का। ये सोच लेना ये जनतंत्र है, किसी का किसी पद के ऊपर हक नहीं है। जिस दिन जनता नाराज हो गई 2 मिनट में मुख्यमंत्री को भी हटा देती है और 2 मिनट में एमएलए को भी हटा देती है। इस दौरान आप सुप्रीमो ने कहा कि मंत्रियों ਨੂੰ ਕੰਮ ਕਰਨ ਲਈ ਟਾਰਗੇਟ ਦਿੱਤੇ ਜਾਣਗੇ, ਪਰ ਟਾਰਗੇਟ ਪੂਰਾ ਨਾ ਕਰਨ ਤੇ ਕਿਸੇ ਵੀ ਮੰਤਰੀ ਦੀ ਕਦੇ ਵੀ ਛੁੱਟੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿਨ ਰਾਤ ਕੰਮ ਕਰਨਾ ਹੋਵੇਗਾ ਅਤੇ ਸਿਸਟਮ ਨੂੰ ਬਦਲਣਾ ਪਵੇਗਾ। हर एक मंत्री को मान साहब टारगेट देंगे, भाई तुमको इतने दिन में इतना काम करना है, इतने दिन में इतना काम करना है, इतने दिन में इतना काम करना है। टाइम बहुत कम है, 24 घंटे का दिन होता है, 24 में से 30 घंटे काम करना पड़ेगा, रात दिन काम करना पड़ेगा, खूब मेहनत करनी पड़ेगी। अगर टारगेट पूरे नहीं होते आपके तो फिर जनता ही कहेगी भाई इस मंत्री को बदलो, दूसरे मंत्री को लेके आओ। ਹਾਲਾਂਕਿ ਇਸ ਦੌਰਾਨ ਕੇਜਰੀਵਾਲ ਨੇ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਵਿਧਾਇਕਾਂ ਨੂੰ ਹੌਸਲਾ ਵੀ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਆਪ ਇੱਕ ਟੀਮ ਹੈ ਅਤੇ ਟੀਮ ਬਣ ਕੇ ਹੀ ਕੰਮ ਕਰੇਗੀ। मैंने सुना है कि कुछ विधायक अपने जो मंत्री नहीं बन पाए वो दुखी हैं। पंजाब के लोगों ने एक एक हीरा चुन के भेजा है इस बार, लेकिन हमें ये 92 लोगों की 92 लोगों की एक टीम की तरह काम करना है। ਕੇਜਰੀਵਾਲ ਨੇ ਆਪਣੇ ਭਾਸ਼ਣ 'ਚ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਵੀ ਕੀਤੀ। ਉਹਨਾਂ ਕਿਹਾ ਹੈ ਕਿ ਪੂਰਾ ਦੇਸ਼ ਭਗਵੰਤ ਮਾਨ ਦੇ ਕੰਮਾਂ ਨੂੰ ਦੇਖ ਰਿਹਾ ਹੈ। ਉਹਨਾਂ ਇਹ ਵੀ ਸਾਫ਼ ਕੀਤਾ ਹੈ ਕਿ ਪੰਜਾਬ ਦੀ ਕਮਾਨ ਮਾਨ ਦੇ ਹੱਥ 'ਚ, ਜਦ ਕਿ ਉਹ ਮਾਨ ਦੀ ਟੀਮ 'ਚ ਵੱਡੇ ਭਰਾ ਦਾ ਰੋਲ ਅਦਾ ਕਰਨਗੇ। परसों आपने जिस तरह से एंटी करप्शन एक्शन लाइन का जिस तरह से आपने ऐलान किया, दिल्ली के अंदर भी उसकी वजह से भ्रष्टाचार खत्म हो गया। और पंजाब से ऐलान करने के बाद ही पंजाब से इतनी सारे मेरे को सोशल मीडिया पे और मैसेजेस के थ्रू आ रहे हैं, जी मैं वहाँ गया था रजिस्ट्री करवाने, पहले तो इतने पैसे लगते थे, अब तो उन्होंने तुरंत रजिस्ट्री कर दी जी। ਫਿਲਹਾਲ ਕੇਜਰੀਵਾਲ ਦੇ ਭਾਸ਼ਣ ਨੇ ਇੱਕ ਗੱਲ ਤਾਂ ਸਾਫ਼ ਕਰ ਦਿੱਤੀ ਹੈ ਕਿ ਆਪ ਕੈਬਨਿਟ 'ਚ ਕਿਸੇ ਵੀ ਮੰਤਰੀ ਦੀ ਸੀਟ ਪੱਕੀ ਨਹੀਂ ਹੈ, ਜਦਕਿ ਕੇਜਰੀਵਾਲ ਨੇ ਆਪਣੇ ਸ਼ਬਦਾਂ ਨਾਲ ਮੰਤਰੀ ਨਾ ਬਣਨ ਦਾ ਮਲਾਲ ਰੱਖਣ ਵਾਲੇ ਵਿਧਾਇਕਾਂ ਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਜਿੱਥੇ ਅਰਵਿੰਦ ਕੇਜਰੀਵਾਲ ਨੇ ਕਲਾਸ ਲਗਾਈ ਹੈ ਤਾਂ ਉਧਰ ਦੂਸਰੇ ਪਾਸੇ ਭਗਵੰਤ ਮਾਨ ਵੀ ਕੁਝ ਵੱਡੀਆਂ ਗੱਲਾਂ ਸਮਝਾਉਂਦੇ ਹੋਏ ਵਿਧਾਇਕਾਂ ਨੂੰ, ਮੰਤਰੀਆਂ ਨੂੰ ਨਜ਼ਰ ਆਏ ਨੇ। ਔਰ ਇੱਕ ਵਾਰ ਨਜ਼ਰ ਪਾ ਲੈਂਦੇ ਆ ਕੀ ਕੁਝ ਸਮਝਾਇਆ ਗਿਆ। ਗ੍ਰਾਫਿਕ ਦੇ ਜ਼ਰੀਏ ਵੇਖਦੇ ਆ ਕਿ ਆਖਰਕਾਰ ਸ਼ੁਰੂਆਤ ਜਿਹੜੀ ਹੈ ਉਹ ਭਗਵੰਤ ਮਾਨ ਦੇ ਵੱਲੋਂ ਕਿੱਥੋਂ ਕੀਤੀ ਗਈ ਹੈ। ਸਭ ਤੋਂ ਪਹਿਲਾਂ ਜ਼ਿਕਰ ਕਰਦੇ ਆ ਪਹਿਲੇ ਨੰਬਰ ਦਾ। ਪਹਿਲਾ ਪੁਆਇੰਟ ਹੈ ਕਿ ਜਿੱਤ ਦਾ ਜਸ਼ਨ ਮਨਾ ਲਿਆ ਤੇ ਹੁਣ ਕੰਮ ਕਰਨ ਦੀ ਵਾਰੀ ਆ ਚੁੱਕੀ ਹੈ। ਯਾਨੀ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੈ ਕਿ ਜਸ਼ਨ ਬਹੁਤ ਹੋ ਗਿਆ ਤੇ ਕੰਮ ਕਰਨਾ ਹੈ। ਦੂਸਰਾ, ਅਫਸਰਾਂ ਨੂੰ ਡਰਾਉਣਾ ਨਹੀਂ ਬਲਕਿ ਸੁਧਾਰਨਾ ਹੈ, ਸੁਧਾਰ ਕੀਤਾ ਜਾਵੇ। 25,000 ਨੌਕਰੀਆਂ 'ਚ ਕਿਸੇ ਦੀ ਸਿਫਾਰਿਸ਼ ਨਹੀਂ ਕਰਨੀ। ਇਹ ਵੀ ਕਿਹਾ ਗਿਆ ਮੰਤਰੀਆਂ ਨੂੰ ਮਿਲੋ ਪਰ ਗਲਤ ਕੰਮ ਕਰਾਉਣ ਦੇ ਲਈ ਨਾ ਮਿਲੋ, ਬਦਲਾਖੋਰੀ ਨਹੀਂ ਹੈ, ਕਿਸੇ ਨੂੰ ਅਪਸ਼ਬਦ ਵੀ ਨਹੀਂ ਬੋਲਣਾ, ਇਹ ਵੀ ਕਿਹਾ ਗਿਆ। ਉਸ ਤੋਂ ਬਾਅਦ ਸਮਝਾਇਆ ਗਿਆ ਹਰੇਕ ਵਿਧਾਇਕ ਆਪਣੇ ਹਲਕਿਆਂ ਦੇ ਵਿੱਚ ਦਫ਼ਤਰ ਖੋਲੇ ਔਰ ਮੰਤਰੀ ਤੇ ਵਿਧਾਇਕ ਸਮੇਂ ਤੇ ਆਪਣੇ ਦਫ਼ਤਰ ਪਹੁੰਚਣ ਤਾਂ ਕਿ ਸਮਾਂ ਲੋਕਾਂ ਨੂੰ ਦਿੱਤਾ ਜਾ ਸਕੇ, ਲੋਕਾਂ ਦੇ ਕੰਮ ਕੀਤੇ ਜਾ ਸਕਣ। ਵਿਧਾਇਕ ਤੇ ਮੰਤਰੀ ਆਪਣੇ ਟਾਰਗੇਟ ਪੂਰੇ ਰੱਖਣ, ਇਹ ਵੀ ਕਿਹਾ ਗਿਆ। ਤਾਂ ਹਰੇਕ ਵਿਧਾਇਕ ਦਾ ਸਰਵੇ ਹੋਏਗਾ ਔਰ ਨਾਲੇ ਵੀ ਕਹਿ ਦਿੱਤਾ ਗਿਆ ਕਿ ਮੈਂ ਡਰਾ ਨਹੀਂ ਰਿਹਾ, ਯਾਨੀ ਕਿ ਇੱਕ ਵਾਰ ਧਿਆਨ ਵੀ ਰੱਖਿਆ ਜਾਏਗਾ ਪਰ ਡਰਾਉਣ ਦੀ ਵੀ ਗੱਲ ਨਹੀਂ ਆਈ। ਉਸ ਤੋਂ ਬਾਅਦ ਸੀਟ ਪੱਕੀ ਕਰਨ ਦੇ ਲਈ ਲੋਕਾਂ ਦੇ ਨਾਲ ਦੋਸਤੀ ਕਰਨੀ ਪਵੇਗੀ, ਇਹ ਵੀ ਮਾਨ ਕਹਿੰਦੇ ਹੋਏ ਨਜ਼ਰ ਆਏ। ਜੇ ਤੁਸੀਂ ਲੇਟ ਹੋ, ਫਿਰ ਜੇ ਪਬਲਿਕ ਨੂੰ ਵੇਟ ਹੀ ਕਰਨਾ ਪੈ ਗਿਆ, ਫਿਰ ਤਾਂ ਮਤਲਬ ਨਹੀਂ ਹੋ ਸਕਦਾ ਕੰਮ। ਇਹ ਵਕਤ ਦੇ ਪਾਬੰਦ ਜ਼ਰੂਰ ਬਣਿਓ। ਜਿਹੜਾ ਵਕਤ ਦਾ ਪਾਬੰਦ ਹੈ, ਵਕਤ ਉਹਦਾ ਸਾਥ ਦਿੰਦਾ ਹੈ। ਜਿਹੜਾ ਵਕਤ ਤੋਂ ਪਿੱਛੇ ਰਹਿ ਜਾਂਦਾ ਹੈ ਤਾਂ ਫਿਰ ਵਕਤ ਬਹੁਤ ਅੱਗੇ ਲੱਗ ਜਾਂਦਾ। ਡਰਾਉਣ ਲੱਗ ਜੀ SHO ਨੂੰ, ਤਹਿਸੀਲਦਾਰ ਨੂੰ, ਪਟਵਾਰੀ ਨੂੰ, ਪਿਆਰ ਨਾਲ ਗੱਲ ਕਰ ਲਓ। ਜੇ ਸੁਧਾਰਨ ਦੀ ਲੋੜ ਹੈ ਕਿਤੇ ਜਾ ਕੇ ਉੱਥੇ ਕਹੋ ਉਹਨਾਂ ਨੂੰ ਕਿ ਸਾਨੂੰ ਦੱਸੋ ਜੀ ਕੀ ਚਾਹੀਦਾ ਹੈ, ਤੁਸੀਂ ਬੜੇ ਅੱਛੇ ਹੋ, ਤੁਹਾਨੂੰ ਸਿਸਟਮ ਨੇ ਇਸ ਚਿੱਕੜ ਦੇ ਵਿੱਚ ਸੁੱਟਿਆ ਹੋਇਆ ਹੈ, ਸਾਨੂੰ ਦੱਸੋ ਇਹਨੂੰ ਸਾਫ਼ ਕਰਨ ਵਾਸਤੇ
ਸਰਕਾਰੇ ਦੁਆਰੇ ਤੋਂ ਕੀ ਚਾਹੀਦਾ ਆਪਾਂ ਪ੍ਰੋਵਾਈਡ ਕਰਾਵਾਂਗੇ। ਜੇ ਤੁਸੀਂ ਆਪਣੇ ਆਪ ਨੂੰ ਪੱਕੇ ਰੱਖਣਾ ਹੈ, ਸੀਟ ਪੱਕੀ ਕਰਨੀ ਹੈ, ਤਾਂ ਲੋਕਾਂ ਨਾਲ, ਪਬਲਿਕ ਨਾਲ ਪੱਕੀ ਦੋਸਤੀ ਕਰਨੀ ਪਊਗੀ। ਲੋਕਾਂ ਦੇ ਕੰਮ ਜਿਹੜੇ ਨੇ ਉਹ ਪੱਕੇ 'ਚ ਹੀ ਕਰਨੇ ਪੈਣਗੇ। ਜੇ ਕੱਚੇ 'ਚ ਕੋਈ ਕੰਮ ਹੋ ਗਿਆ ਤਾਂ ਉਹਦੀ ਰਿਪੋਰਟ ਆ ਜਾਊਗੀ ਸਾਡੇ ਕੋਲ। ਜਿੱਥੇ ਚੁੱਲ੍ਹਾ ਹੈਗਾ ਪਰ ਅੱਗ ਨਹੀਂ, ਜੇ ਅੱਗ ਹੈ ਤਾਂ ਪ੍ਰਾਂਤ ਨਹੀਂ, ਜੇ ਪ੍ਰਾਂਤ ਹੈ ਤਾਂ ਆਟਾ ਨਹੀਂ, ਤੇ ਜੇ ਰਜਾਈ ਹੈ ਤਾਂ ਲੋਗੜ ਨਹੀਂ, ਜੇ ਲੋਗੜ ਹੈ ਤਾਂ ਛੱਤ ਨਹੀਂ। ਉਹਨਾਂ ਘਰਾਂ ਦੇ ਨਕਸ਼ੇ ਆਪਾਂ ਨੂੰ ਬਦਲਣੇ ਪੈਣਗੇ। ਉਹਨਾਂ ਲੋਕਾਂ ਨੇ ਬਹੁਤ ਭਾਰੀ ਗਿਣਤੀ 'ਚ ਆਪਣੇ ਤੇ ਯਕੀਨ ਕੀਤਾ। 18 ਘੰਟੇ ਕੰਮ ਕਰਨਾ ਪਊਗਾ ਤਾਂ ਕਿਤੇ ਉਲਝੀ ਹੋਈ ਤਾਂ ਨਹੀਂ। 70 ਸਾਲ ਨਾਲ ਤਾਂ ਰਲਾਂਗੇ, 70 ਸਾਲ ਪਿੱਛੇ ਰਹਿ ਗਏ। ਤੇ ਫਿਰ ਇਹਦੇ ਵਾਸਤੇ ਆਪਾਂ ਇੱਧਰ ਉੱਧਰ ਨਹੀਂ ਦੇਖਣਾ ਕਿ ਮੇਰੇ ਪਿੱਛੇ ਕੌਣ ਨੇ ਜਾਂ ਮੇਰੇ ਬਰਾਬਰ ਕੌਣ ਨੇ। ਸਿਰਫ ਟਾਰਗੇਟ ਹੋਣਾ ਚਾਹੀਦਾ ਰੀਵਨ। ਜਿੰਨਾ ਚਿਰ ਰੀਵਨ ਟੱਚ ਨਹੀਂ ਕਰਦੇ ਰੇਸ ਖਤਮ ਨਹੀਂ ਹੁੰਦੀ। ਔਰ ਰੀਵਨ ਦਾ ਮਤਲਬ ਹੈ ਰੰਗਲਾ ਪੰਜਾਬ। ਰੀਵਨ ਤੋਂ ਅੱਗੇ ਰੰਗਲਾ ਪੰਜਾਬ ਹੈ। ਸੋ ਇਸ ਵਿਚਕਾਰ ਅੱਗੇ ਵਧਦੇ ਹਾਂ ਤੇ ਵੱਡੀ ਖਬਰ ਆ ਰਹੀ ਹੈ ਬਿਕਰਮ ਮਜੀਠੀਆ ਡਰੱਗ ਕੇਸ ਨੂੰ ਲੈ ਕੇ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਨਿਊਜ਼ 18 ਪੰਜਾਬ ਦੀ ਖਬਰ ਤੇ ਮੋਹਰ ਲੱਗੀ ਹੈ। ਕੁਝ ਦਿਨ ਪਹਿਲਾਂ ਜੋ ਖਬਰ ਦਿਖਾਈ ਗਈ ਸੀ ਉਸ ਤੇ ਮੋਹਰ ਲੱਗਦੀ ਹੋਈ ਨਜ਼ਰ ਆਈ ਹੈ। ਮਜੀਠੀਆ ਡਰੱਗ ਕੇਸ ਦੀ ਬਦਲੀ ਗਈ ਹੈ ਸਿੱਟ ਬਦਲੀ ਗਈ ਹੈ, ਯਾਨੀ ਕਿ ਹੁਣ ਅਗਵਾਈ ਔਰ ਪੈਰਵੀ ਜਿਹੜੀ ਹੈ ਕੋਈ ਹੋਰ ਦੇ ਵੱਲੋਂ ਕੀਤੀ ਜਾਵੇਗੀ। ਹੁਣ AIG ਗੁਰਸ਼ਰਨ ਸਿੰਘ ਸੰਧੂ ਜਿਹੜੇ ਨੇ ਸੁਪਰਵਿਜ਼ਨ ਕਰਨਗੇ ਯਾਨੀ ਕਿ ਮਾਮਲੇ ਨੂੰ ਵੇਖਣਗੇ। ਸੋ DGP ਨੇ ਨਿਊਜ਼ 18 ਦੀ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਮਜੀਠੀਆ ਡਰੱਗ ਕੇਸ ਦੇ ਵਿੱਚ ਦੱਸਿਆ ਕਿ ਲਗਾਤਾਰ ਹਾਲਾਂਕਿ ਕਾਰਵਾਈ ਚੱਲ ਰਹੀ ਹੈ, ਪਰ ਫਿਲਹਾਲ ਸਿੱਟ ਬਦਲ ਦਿੱਤੀ ਗਈ ਹੈ। ਸਿੱਟ ਜਿਹੜੀ ਹੈ ਉਹ ਕਾਰਵਾਈ ਕਰੇਗੀ। ਹੁਣ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਗੁਰਸ਼ਰਨ ਸਿੰਘ ਸੰਧੂ ਜਿਹੜੇ ਨੇ ਉਹ ਸਿੱਟ ਨੂੰ ਲੀਡ ਕਰਨਗੇ, ਯਾਨੀ ਕਿ SIT ਨੂੰ ਲੀਡ ਕਰਨਗੇ। ਮੁਖੀ ਨੇ ਗੁਰਸ਼ਰਨ ਸਿੰਘ ਸੰਧੂ। AIG ਕ੍ਰਾਈਮ ਸੁਪਰਵਿਜ਼ਨ ਕਰਨਗੇ ਔਰ ਸੰਧੂ ਦੀ ਅਗਵਾਈ ਦੇ ਵਿੱਚ ਬਣਾਈ ਗਈ ਹੈ ਇਹ ਨਵੀਂ ਸਿੱਟ। ਔਰ 4 ਮੈਂਬਰ ਜਿਹੜੇ ਹੋਣਗੇ ਰਾਹੁਲ AIG ਨੇ, ਰਣਜੀਤ ਸਿੰਘ ਢਿੱਲੋਂ AIG, ਰਘੁਵੀਰ ਸਿੰਘ DSP, ਅਮਰਪ੍ਰੀਤ ਸਿੰਘ DSP, ਯਾਨੀ ਕਿ 4 ਮੈਂਬਰ ਜਿਹੜੇ ਨੇ ਉਹ ਇਹਦੇ ਵਿੱਚ ਹੋਣਗੇ SIT ਦੇ ਵਿੱਚ। ਔਰ ਅਗਵਾਈ ਗੁਰਸ਼ਰਨ ਸਿੰਘ ਸੰਧੂ ਦੇ ਵੱਲੋਂ ਕੀਤੀ ਜਾਏਗੀ। ਥੋੜੇ ਦਿਨ ਪਹਿਲਾਂ ਇਹ ਜਾਣਕਾਰੀ ਜਿਹੜੀ ਹੈ ਨਿਊਜ਼ 18 ਪੰਜਾਬ ਦੇ ਦਰਸ਼ਕਾਂ ਤੱਕ ਪਹੁੰਚਾ ਦਿੱਤੀ ਗਈ ਸੀ, ਤਾਂ ਅੱਜ ਖਬਰ ਤੇ ਮੋਹਰ ਲੱਗੀ ਹੈ। ਅਮਨ ਭਾਰਦਵਾਜ ਨੇ ਸਾਡੇ ਨਾਲ ਫੋਨ ਲਾਈਨ ਤੇ ਜ਼ਿਆਦਾ ਚਰਚਾ ਦੇ ਲਈ। ਜੀ ਅਮਨ, ਕੀ ਕੁਝ ਜਾਣਕਾਰੀ ਹੈ? ਗੁਰਜੋਤ, ਅਸੀਂ 2 ਦਿਨ ਪਹਿਲਾਂ ਹੀ ਜਦੋਂ ਫਾਈਲਾਂ ਰਿਵਿਊ ਕੀਤੀਆਂ ਜਾ ਰਹੀਆਂ ਸੀਗੀਆਂ ਔਰ SIT ਬਦਲਣ ਦੀ ਚਰਚਾ ਜਿਹੜੀ ਹੈ ਉਹ DGP ਦਫ਼ਤਰ ਅਤੇ ਹੈੱਡਕੁਆਟਰ, ਪੁਲਿਸ ਹੈੱਡਕੁਆਟਰ ਸੀਗੀ। ਔਰ ਕਾਰਨ ਵੀ ਦੱਸੇ ਸੀਗੇ ਕਿ ਕੀ ਕਾਰਨ ਨੇ ਜਿਹੜੀ SIT ਬਦਲੀ ਗਈ ਹੈ। ਔਰ ਹੁਣ ਜਿਹੜੇ ਨੇ ਉਹ ਆਰਡਰ ਵੀ ਜਾਰੀ ਹੋ ਚੁੱਕੇ ਨੇ ਔਰ SIT ਬਦਲ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਖੁਦ DGP VK ਬਬਰਾ ਨੇ ਨਿਊਜ਼ 18 ਤੇ ਕੀਤੀ ਹੈ, ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ SIT ਜਿਹੜੀ ਹੈ ਉਹ ਬਦਲ ਦਿੱਤੀ ਗਈ ਹੈ। ਜੇਕਰ ਅਫਸਰਾਂ ਦੀ ਗੱਲ ਹੋਵੇ ਤਾਂ ਹੁਣ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਿੱਚ ਜੋ AIG ਕ੍ਰਾਈਮ ਨੇ ਉਹਨਾਂ ਦੀ ਅਗਵਾਈ ਵਿੱਚ SIT ਨਵੀਂ ਬਣਾਈ ਹੈ ਮਜੀਠੀਆ ਕੇਸ ਬਾਬਤ। ਔਰ ਖੁਦ ਸੁਪਰਵਿਜ਼ਨ ਗੁਰਸ਼ਰਨ ਸਿੰਘ ਸੰਧੂ ਕਰਨਗੇ ਔਰ 4 ਮੈਂਬਰ ਹੋਰ ਹੋਣਗੇ, ਜਿਨ੍ਹਾਂ 'ਚ S ਰਾਹੁਲ ਜੋ AIG ਨੇ, ਰਣਜੀਤ ਸਿੰਘ ਢਿੱਲੋਂ ਜੋ AIG ਨੇ ਔਰ ਰਘੁਵੀਰ ਸਿੰਘ ਉਹ DSP ਨੇ, ਅਮਨਪ੍ਰੀਤ ਸਿੰਘ ਉਹ ਵੀ DSP ਨੇ। 2 AIG ਗੁਰਸ਼ਰਨ ਸਿੰਘ ਤੋਂ ਇਲਾਵਾ ਔਰ 2 DSP, 4 ਜਣੇ ਦੇ 4 ਮੈਂਬਰ ਜਿਹੜੇ ਨੇ ਉਹ ਹੋਰ ਐਡ ਆਨ ਕੀਤੇ ਗਏ ਨੇ ਅਤੇ ਗੁਰਸ਼ਰਨ ਸਿੰਘ ਸੰਧੂ ਹੁਣ ਇਸ ਨਵੀਂ SIT ਨੂੰ ਲੀਡ ਕਰਨਗੇ। ਔਰ ਮਜੀਠੀਆ ਕੇਸ ਬਾਬਤ ਕਿਉਂਕਿ ਖੱਚੇ ਸੀਗੇ ਕਿ ਜਦੋਂ 24 ਤਰੀਕ ਨੂੰ ਸਰੈਂਡਰ ਹੋਇਆ 1 ਘੰਟੇ ਦਾ ਸਮੇਂ SIT ਕੋਲ ਸੀਗਾ ਜੋ ਪਿਛਲੀ SIT ਸੀਗੀ, ਪਰ ਜਿਹੜੀ ਰਿਮਾਂਡ ਦੀ ਮੰਗ ਹੈ ਉਹ ਨਹੀਂ ਕੀਤੀ ਗਈ। ਔਰ ਜਿਸ ਤਰੀਕੇ ਦੇ ਨਾਲ ਇਲੈਕਸ਼ਨਸ ਤੋਂ ਪਹਿਲਾਂ ਉਸ ਦਾ ਇਨਫਲੂਐਂਸ ਚੋਣਾਂ ਦਾ ਜਿਹੜਾ ਰਿਜ਼ਲਟ ਦਾ ਜਾਂ ਰਿਜ਼ਲਟ ਜਿਹੜੇ ਵੀ ਹੋਣੇ ਨੇ ਉਸ ਦਾ ਇਨਫਲੂਐਂਸ SIT ਤੇ ਪੁਰਾਣੀ ਵਾਲੀ ਤੇ ਦਿਖ ਰਿਹਾ ਸੀਗਾ, ਤਾਂ ਇਹੀ ਕਾਰਨ ਹੈ ਕਿ ਬਲਰਾਜ ਸਿੰਘ ਜੋ AIG ਬਲਰਾਜ ਸਿੰਘ ਸੀਗੇ ਉਹਨਾਂ ਦੀ ਪੁਰਾਣੀ SIT ਹੁਣ ਬਦਲ ਦਿੱਤੀ ਗਈ ਹੈ ਅਤੇ ਗੁਰਸ਼ਰਨ ਸਿੰਘ ਸੰਧੂ ਨੂੰ SIT ਦਾ ਚਾਰਜ ਦੇ ਕੇ ਨਵੀਂ SIT ਗਠਿਤ ਕਰਕੇ ਅੱਗੇ ਜਾਂਚ ਜਿਹੜੀ ਹੈ ਉਹ ਗੁਰਜੋਤ ਸੌਂਪ ਦਿੱਤੀ ਗਈ ਹੈ। ਸੋ ਕੁੱਲ ਮਿਲਾ ਕੇ ਅਮਨ, ਜੋ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਕਾਫੀ ਜਿਹੜੀ ਸਖਤਾਈ ਹੈ ਕਹਿ ਸਕਦੇ ਆ ਕਿ ਇਸ ਮਾਮਲੇ ਨੂੰ ਜਿਹੜਾ ਉਹ ਵੇਖਿਆ ਜਾ ਰਿਹਾ ਸੀ, ਤਾਂ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਸ ਤੋਂ ਬਾਅਦ ਵੀ ਕਿਸ ਨੂੰ ਵੱਡਾ ਬਦਲਾਅ ਸੀ ਕਹਿ ਸਕਦੇ ਹਾਂ ਜਾਂ ਫਿਰ ਸਮੇਂ ਦੀ ਲੋੜ ਸੀ ਇਸ ਮਾਮਲੇ ਦੇ ਵਿੱਚ? ਨਹੀਂ, ਬਿਲਕੁਲ ਇਸ ਨੂੰ ਸਰਕਾਰ ਦੇ ਬਦਲਣ ਨਾਲ ਵੀ ਬਿਲਕੁਲ ਜੋੜ ਕੇ ਦੇਖਿਆ ਜਾ ਸਕਦਾ, ਕਿਉਂਕਿ ਸਰਕਾਰ ਜਦੋਂ ਆਉਂਦੀ ਹੈ ਤਾਂ ਕਿਹੜੇ ਪ੍ਰਾਇੋਰਟੀਜ਼ ਨੇ, ਕਿਹੜੇ ਮਸਲੇ ਨੇ ਉਹਨਾਂ ਤੇ ਚਰਚਾ ਜ਼ਰੂਰ ਹੁੰਦੀ ਹੈ। ਔਰ ਪਿਛਲੀ SIT ਦੇ ਬਦਲਣ ਦਾ ਮੁੱਖ ਕਾਰਨ ਹੀ ਇਹੀ ਹੈ ਕਿ ਹੰਗ ਅਸੈਂਬਲੀ SIT ਨੂੰ ਲੱਗਦਾ ਸੀਗਾ ਕਿ ਹੰਗ ਅਸੈਂਬਲੀ ਆਏਗੀ ਔਰ ਪੋਲੀਟਿਕਸ ਤੋਂ ਇਨਫਲੂਐਂਸ ਸੀਗੀ। ਜਿਹੜੇ ਨੇਤਾਵਾਂ ਦੇ ਨਾਲ ਉਹ ਗੱਲਬਾਤ ਉਹਨਾਂ ਨੇ ਕੀਤੀ ਹੈ, ਇਨ ਟੱਚ ਸੀਗੇ, ਉਸ ਦੀ ਵੀ ਬਕਾਇਦਾ ਡਿਪਾਰਟਮੈਂਟਲ ਇਨਕੁਆਇਰੀ ਦਾ ਜਿਹੜਾ ਹੈ ਉਹ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਜਿਹੜੀ ਹੈ ਉਹ ਖੋਲੀ ਜਾਏਗੀ
जाएगी जेकर किसी पॉलिटिकल लीडर दे इन टच पाई गई पुरानी SIT। और जिस तरीके दे नाल पुरानी बलराज सिंह दी SIT ने चोणां दे नाल नतीजिਆਂ ਦੇ ਨਾਲ ਜਾਂ ਰਿਜ਼ਲਟਸ ਦੇ ਨਾਲ ਜਾਂਚ ਨੂੰ ਜੋੜ ਕੇ ਦੇਖਿਆ ਸੀਗਾ। ਇਹੀ ਕਾਰਨ ਹੈ ਕਿ ਹੁਣ ਉਹ SIT ਬਦਲੀ ਗਈ ਹੈ, ਫਾਈਲਾਂ ਨੂੰ ਰਿਵਿਊ ਕੀਤਾ ਗਿਆ। ਔਰ ਮੁੱਖ ਕਾਰਨ ਇਹ ਵੀ ਹੈ ਕਿ ਜਦੋਂ ਸਰੈਂਡਰ ਹੋਇਆ ਜਾਂ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ 'ਚ ਮਜੀਠੀਆ ਨੂੰ ਭੇਜਿਆ ਗਿਆ ਤਾਂ ਉਸ ਵੇਲੇ ਜਿਹੜੇ रिमांड की मंग क्यों नहीं की गई, जरा इंटेरोगेशन होंगी है, पुलिस रिमांड होंगे है, उसकी मंग नहीं की गई काफ़ी, क्योंकि खुलासे हो सकते थे। और इसी कारण करके मुख्य 2 तो 3 कारण करके जड़ा है वो SIT के सवाल उठे और SIT जी है बदल दी गई है। और DGP ने बकायदा इस गल की जो VK भवरा ने उन्होंने पुष्टि की है। और मुख्य खदशे क्योंकि 2 तो 3 कारण जड़े सीगे, चाहे वो पुलिस रिमांड की गल हो, चाहे चोणा नाल नतीजियां नाल जोड़ के SIT की जांच की गल हो और रिव्यू फाइलों ਨੂੰ ਕੀਤਾ ਗਿਆ। ਤਾਂ इन 3-4 ਪੁਆਇੰਟਾਂ ਤੋਂ ਬਾਅਦ ਜਿਹੜਾ ਹੈ ਉਹ SIT ਦੀ ਹੁਣ ਜਿਹੜੀ ਅਗਵਾਈ ਹੈ ਉਹ ਗੁਰਸ਼ਰਨ ਸਿੰਘ ਸੰਧੂ ਨੂੰ ਸੌਂਪ ਦਿੱਤੀ ਗਈ ਹੈ। ਬਿਲਕੁਲ ਅਮਨ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਸੋ ਕੁੱਲ ਮਿਲਾ ਕੇ ਬਦਲਾਅ ਕੀਤੇ ਗਏ ਨੇ, ਯਾਨੀ ਕਿ SIT ਬਦਲੀ ਗਈ ਹੈ। ਗੁਰਸ਼ਰਨ ਸਿੰਘ ਸੰਧੂ ਜਿਹੜੇ ਨੇ ਹੁਣ ਅਗਵਾਈ ਕਰਨਗੇ। ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਅਸੀਂ ਵੇਖ ਲੈਂਦੇ ਹਾਂ। ਮਜੀਠੀਆ ਡਰੱਗ ਕੇਸ ਦੇ ਵਿੱਚ ਨਵੀਂ SIT ਗਠਿਤ ਕੀਤੀ ਗਈ ਹੈ। AIG ਗੁਰਸ਼ਰਨ ਸਿੰਘ ਸੰਧੂ ਜਿਹੜੇ ਨੇ SIT ਦੇ ਸੁਪਰਵਾਈਜ਼ਰ ਨੇ। ਉਸ ਤੋਂ ਇਲਾਵਾ S ਰਾਹੁਲ AIG ਮੈਂਬਰ ਹੋਣਗੇ SIT ਦੇ ਵਿੱਚ। ਰਣਜੀਤ ਸਿੰਘ ਢਿੱਲੋਂ AIG, ਰਘੁਵੀਰ ਸਿੰਘ DSP, ਅਮਰਪ੍ਰੀਤ ਸਿੰਘ DSP, 2 DSP ਤੇ 2 AIG ਜਿਹੜੇ ਨੇ ਉਹ ਇਸ ਸਿੱਟ ਦੇ ਵਿੱਚ ਹੋਣਗੇ। ਤਾਂ ਮੁਖੀ ਹੋਣਗੇ ਗੁਰਸ਼ਰਨ ਸਿੰਘ ਸੰਧੂ। ਸੋ ਇੱਕ ਵੱਡਾ ਬਦਲਾਅ ਕਹਿ ਸਕਦੇ ਆ ਕੀਤਾ ਗਿਆ ਮਜੀਠੀਆ ਡਰੱਗ ਕੇਸ ਦੇ ਵਿੱਚ। ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸੇ ਤਰ੍ਹਾਂ ਦੇ ਨਾਲ ਕਾਰਵਾਈ ਤਾਂ ਲਗਾਤਾਰ ਚੱਲ ਰਹੀ ਹੈ, ਪਰ ਫਿਲਹਾਲ ਇਹ ਬਦਲਾਅ ਜਿਹੜਾ ਜ਼ਰੂਰ ਕੀਤਾ ਗਿਆ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਜਲਦੀ ਵਾਪਸ ਆਵਾਂਗੇ।